हाँ जी, वाहिगुरु जी का खालसा वाहिगुरु जी की फतेह। ਸਮੁੱਚੇ ਨਗਰ ਨਿਵਾਸੀ ਤੇ ਸਮੁੱਚੀ ਸਾਧ ਸੰਗਤ ਜਿਹੜੇ ਇੱਥੇ ਪਹੁੰਚੇ ਸਨ। ਅੱਜ ਆਪਾਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਦੇ ਵਿੱਚ ਜਿਹੜਾ ਅਖੰਡ ਪਾਠ ਸਾਹਿਬ ਲਿਖਿਆ ਸੀ 25 ਤਰੀਕ ਨੂੰ, ਤੇ ਅੱਜ ਉਹਦੇ ਭੋਗ ਪਏ। ਤੇ ਉਸ ਤੋਂ ਉਪਰੰਤ ਕੌਮ ਦੀਆਂ ਨਾਮਵਰ ਸ਼ਖਸੀਅਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਕੌਮੀ ਸ਼ਖਸੀਅਤਾਂ ਜਿਹੜੀਆਂ ਸੀ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਿਹੜੇ ਵੀ ਸ਼ਖਸ ਇੱਥੇ ਬੋਲ ਕੇ ਗਏ ਆ, ਬਹੁਤ ਹੀ ਵਧੀਆ ਤੇ ਬਹੁਤ ਹੀ ਸੰਖੇਪ ਦੇ ਵਿੱਚ ਉਹਨਾਂ ਨੇ ਜਿਹੜੇ ਕੌਮ ਨੂੰ ਵਿਚਾਰ ਦਿੱਤੇ ਨੇ। ਉਹਨਾਂ ਨੂੰ ਸੁਣਨ ਵਾਲੀ ਸੰਗਤ ਜਿਹੜੀ ਆ, ਸਾਰੇ ਆਪਾਂ ਜਿਹੜੇ ਵਿਚਾਰ ਇਹ ਸੁਣ ਲਏ ਨੇ। ਹੁਣ ਮਸਲਾ ਕੁਝ ਕੁ ਗੱਲਾਂ ਮੈਂ ਜਥੇਬੰਦੀ ਵੱਲੋਂ ਕਰਨੀਆਂ ਨੇ। ਜਥੇਬੰਦੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿਹੜੀ ਮੇਰੀ ਸੇਵਾ ਲਾਈ ਗਈ ਹੈ ਪੰਥ ਵੱਲੋਂ, ਉਸ ਦੇ ਨਾਤੇ ਮੈਂ ਕੁਝ ਗੱਲਾਂ ਕਰਨੀਆਂ ਨੇ। ਜਿੰਨੇ ਬੁਲਾਰੇ ਵੀ ਅੱਗੇ ਬੋਲ ਕੇ ਗਏ ਨੇ ਉਹਨਾਂ ਨੇ ਆਪਣੇ ਨਿੱਜੀ ਵਿਚਾਰ ਦਿੱਤੇ ਨੇ, ਤੇ ਉਹਨਾਂ ਦੇ ਵਿਚਾਰ ਕਿਸੇ ਵੇਲੇ ਇੱਕ ਦੂਜੇ ਦੇ ਨਾਲ ਨਹੀਂ ਵੀ ਮੇਲ ਖਾਂਦੇ ਹੁੰਦੇ, ਪਰ ਜਥੇਬੰਦੀ ਨੂੰ ਲੈ ਕੇ ਹਾਂਜੀ ਜਥੇਬੰਦੀ ਨੂੰ ਲੈ ਕੇ ਜਿਹੜੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਮੈਂ ਦੇਣੇ ਨੇ। ਪਹਿਲਾਂ ਤੇ ਆਪਾਂ ਸ਼ੁਰੂਆਤ ਇਸ ਗੱਲ ਤੋਂ ਕਰਨੀ ਹੈ ਕਿ ਅੱਜ ਜਿਹੜਾ ਇੱਕ ਮਸਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੀਚ ਤੋਂ ਬਾਅਦ ਉੱਠਿਆ ਹੈ ਕਿ ਉਹਨਾਂ ਨੇ ਕਿਹਾ ਵੀ ਕੌਮ ਕੁੱਟ ਖਾਣ ਨੂੰ ਤਿਆਰ ਹੈ। ਮੈਨੂੰ ਲੱਗਦਾ ਸੀ ਵੀ ਇਹ ਆਪਾਂ ਜਦੋਂ ਇੱਕ ਸਟੇਜ ਤੇ ਇਕੱਠੇ ਹੋ ਕੇ ਬਹਿੰਦੇ ਆ ਤੇ ਆਪਾਂ ਨੂੰ ਵਿਚਾਰਕ ਆਜ਼ਾਦੀ ਹੋਣੀ ਚਾਹੀਦੀ ਹੈ ਵੀ ਜੇ ਕੋਈ ਬੰਦਾ ਇਹ ਗੱਲ ਕਰਦਾ ਤੇ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਇਹਨਾਂ ਗੱਲਾਂ ਦੇ ਜਵਾਬ ਉਸੇ ਮੌਕੇ ਦੇ ਕੇ ਤੇ ਘਰ ਪੂਰਾ ਕਰਨਾ ਚਾਹੀਦਾ ਅਗਲੇ ਦਾ। ਹੁਣ ਜਿਹੜਾ ਮਸਲਾ ਇਹ ਹੈ ਉਹ ਇਹ ਆ ਵੀ ਜੇ ਉਹਨਾਂ ਨੇ ਇਹ ਵਿਚਾਰ ਦਿੱਤੇ ਨੇ ਕਿ ਕੌਮ ਕੁੱਟ ਖਾ ਰਹੀ ਹੈ, ਤੇ ਇਹਦੇ 'ਚ ਮੈਨੂੰ ਲੱਗਦਾ ਵੀ ਕੋਈ ਗਲਤ ਵਿਚਾਰ ਨਹੀਂ। ਜਿਹੜਾ ਇਹ ਗੱਲ ਕਹਿਣੀ ਵੀ ਕੌਮ ਨੇ ਕਦੇ ਕੁੱਟ ਨਹੀਂ ਖਾਧੀ, ਇਹ ਵੀ ਬੜਾ ਇੱਕ ਖਿਆਲੀ ਦੁਨੀਆ 'ਚ ਰਹਿਣ ਵਾਲਾ ਵਿਚਾਰ ਹੈ। ਅੱਜ ਦੇ ਹਾਲਾਤ, ਮੈਂ ਇੱਕ ਰੀਸੈਂਟ ਘਟਨਾ ਤੁਹਾਡੇ ਨਾਲ ਜ਼ਿਕਰ ਕਰਨਾ ਹੈ। ਮਜੀਠੀਆ ਦੇ ਵਿੱਚ ਪਿੰਡ ਹੈ, ਮਜੀਠੇ ਦੇ ਵਿੱਚ ਉੱਥੇ ਇੱਕ ਪੂਰੇ ਦਾ ਪੂਰਾ ਪਿੰਡ ਸਿੱਖਾਂ ਦਾ ਗੁੱਜਰਾਂ ਨੇ ਉੱਥੋਂ ਭਜਾਇਆ ਹੋਇਆ। ਸਿੱਖ ਨੌਜਵਾਨਾਂ ਨੂੰ ਕੁੱਟਿਆ। ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਿੱਖਾਂ ਨੇ ਗੋਲੀ ਚਲਾਈ ਹੈ ਤੇ ਉਹਦੇ 'ਚ 2 ਗੁੱਜਰ ਮਾਰੇ ਗਏ, ਤੇ ਪ੍ਰਸ਼ਾਸਨ ਨਿਜ਼ਾਮ ਸਾਰਾ ਹੀ ਸਿੱਖਾਂ ਨੂੰ ਕੁੱਟਣ ਤੇ ਉਤਰਿਆ ਹੋਇਆ ਹੈ। ਬੀਬੀਆਂ ਨੂੰ, ਧੀਆਂ ਭੈਣਾਂ ਨੂੰ ਉਹ ਗੰਦੇ ਲਫ਼ਜ਼ ਅਲਫਾਜ਼ ਉੱਥੇ ਬੋਲ ਰਹੇ ਨੇ। ਸੋ ਇਹ ਕੋਈ ਯੂਪੀ ਬਿਹਾਰ ਦੀ ਘਟਨਾ ਨਹੀਂ, ਇਹ ਮਾਝੇ ਦਾ ਗੜ੍ਹ ਹੈ ਮਜੀਠਾ, ਉੱਥੋਂ ਦੀ ਘਟਨਾ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇੱਕ ਤੇ ਚੜ੍ਹਦੀ ਕਲਾ ਹੁੰਦੀ ਹੈ ਤੇ ਦੂਜਾ ਹੁੰਦਾ ਵਾ ਬੇਪਰਵਾਹੀ, ਤੇ ਤੀਜੀ ਹੁੰਦੀ ਲਾਪਰਵਾਹੀ। ਅਸੀਂ ਚੜ੍ਹਦੀ ਕਲਾ 'ਚ ਰਹਿਣਾ ਹੈ। ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਸਵਾਲ ਇਹ ਆ ਵੀ ਗੁਰੂ ਸਾਹਿਬ ਨੇ ਵੀ ਉਦੋਂ ਹੀ ਕਿਹਾ ਵੀ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬੈ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਜੇ ਆਪਾਂ ਵਿਪਰ ਦੀ ਰੀਤ ਤੁਰੇ ਫਿਰੀਏ ਤੇ ਨਾਲ ਇਹ ਵੀ ਦਾਅਵਾ ਕਰੀ ਜਾਈਏ ਵੀ ਸਾਨੂੰ ਤੇ ਕੋਈ ਕੁੱਟ ਨਹੀਂ ਸਕਦਾ ਜੀ, ਅਸੀਂ ਕੁੱਟ ਖਾ ਨਹੀਂ ਰਹੇ, ਜਾਂ ਸਾਨੂੰ ਮਤਲਬ ਕਿਸੇ ਰਾਜ ਭਾਗ ਦੀ ਲੋੜ ਨਹੀਂ, ਕਿਉਂਕਿ ਖਾਲਸਾ ਜਿਹੜਾ ਵਾ ਉਹ ਤੇ ਪੂਰੀ ਦੁਨੀਆ ਦਾ ਤੇ ਰਾਜ ਭਾਗ ਕਰਨ ਵਾਲਾ ਹੈ। ਇਹ ਗੱਲ ਠੀਕ ਹੈ, ਪਰ ਇੱਕ ਜਿਹੜੀ ਜ਼ਮੀਨ ਦੀ ਸੱਚਾਈ ਹੈ ਉਹਦੇ ਨਾਲ ਵੀ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਜਦੋਂ ਆਪਣੀ ਹਮਾਇਤ ਦੀ ਗੱਲ ਚੱਲੀ ਸੀ ਸਰਦਾਰ ਮਾਨ ਦੀ, ਤੇ ਉਦੋਂ ਵੀ ਜਥੇਬੰਦੀ ਤੋਂ ਕੁਝ ਬਾਹਰੀ ਬੰਦੇ ਸੀ ਜਿਨ੍ਹਾਂ ਨੂੰ ਇਸ ਗੱਲ ਦਾ ਇਤਰਾਜ਼ ਸੀ ਦੀਪ ਸਿੱਧੂ ਦੇ ਉੱਤੇ ਵੀ ਉਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਹਾਲਾਂਕਿ ਅਸੀਂ ਪੂਰਨ ਤੌਰ ਤੇ ਇਲੈਕਟਰਲ ਪੋਲਿਟਿਕਸ ਨੂੰ ਕੋਈ ਸੋਲਿਊਸ਼ਨ ਨਹੀਂ ਮੰਨਦੇ, ਪਰ ਅਸੀਂ ਇਹ ਕਹਿੰਦੇ ਹਾਂ ਵੀ ਜਿੰਨੇ ਵੀ ਸਾਧਨ, ਜਿੰਨੇ ਵੀ ਸਟਰਕਚਰ ਸਟੇਟ ਦੇ ਹੈਗੇ ਨੇ ਉਹਨਾਂ ਨੂੰ ਅਬੈਂਡਨ ਛੱਡਣ ਦੀ ਬਜਾਏ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਸਿੱਖਾਂ ਨੂੰ ਘੱਟੋ ਘੱਟ ਪਾਵਰ ਆਪਣੇ ਦੁਸ਼ਮਣਾਂ ਦੇ ਹੱਥ 'ਚ ਨਹੀਂ ਜਾਣ ਦੇਣੀ ਚਾਹੀਦੀ। ਇਹ ਸੱਚਾਈ ਹੈ ਵੀ ਜੋ ਕੁਛ ਇਹ ਸਰਕਾਰ ਮੌਜੂਦਾ ਰੂਪ 'ਚ ਪੰਜਾਬ 'ਚ ਬਣੀ ਹੈ ਤੇ ਜਿਹੜੇ ਇਹਨੇ ਫੈਸਲੇ ਕੀਤੇ ਨੇ ਆ ਕੇ, ਉਹ ਸਿੱਖਾਂ ਨੂੰ ਕੁੱਟ ਪੈਣ ਵਾਲੇ ਫੈਸਲੇ ਨੇ। ਇਹ ਨਹੀਂ ਹੁੰਦਾ ਵੀ ਸਿੱਖ ਕੁੱਟ ਖਾ ਲੈਣਗੇ ਤੇ ਸਿੱਖਾਂ ਨੂੰ ਖਾਣੀ ਚਾਹੀਦੀ ਹੈ, ਇਹ ਵੱਖਰੇ ਵਿਸ਼ੇ ਨੇ। ਪਰ ਕਿਸੇ ਬੁਲਾਰੇ ਦੇ ਐਸਾ ਬੋਲਣ ਤੇ ਕੋਈ ਸਿਧਾਂਤਕ ਗਲਤੀ ਨਹੀਂ ਹੈਗੀ ਵੀ ਜਿਹਨੂੰ ਆਪਾਂ ਸਾਰੇ ਮੌਕੇ ਦੇ ਉੱਤੇ ਕਰੈਕਟ ਕਰਦੇ ਫਿਰੀਏ। ਸਾਨੂੰ ਇਹ ਜ਼ਰੂਰੀ ਚਾਹੀਦਾ ਹੁੰਦਾ ਹੈ ਵੀ ਅਸੀਂ ਜਦੋਂ ਕਿਸੇ ਇੱਕ ਸਟੇਜ ਦੇ ਉੱਤੇ ਮਿਲ ਕੇ ਬੈਠਦੇ ਹਾਂ ਤੇ ਸਿਧਾਂਤਕ ਗਲਤੀਆਂ ਦਾ ਤੇ ਚਲੋ ਆਪਾਂ ਕੋਈ ਵਿਰੋਧ ਕਰਨਾ ਚਾਹੀਦਾ, ਪਰ ਜਿਹੜੀਆਂ ਆਪਸੀ ਸਾਡੀਆਂ ਰੰਜਿਸ਼ਾਂ ਨੇ ਇਹਨਾਂ ਨੂੰ ਛੱਡ ਕੇ ਸਾਨੂੰ ਇੱਕ ਮਕਸਦ ਲਈ ਤੁਰਨਾ ਚਾਹੀਦਾ, ਤੇ ਉਹ ਮਕਸਦ ਸਾਡੀ ਕੌਮੀ ਆਜ਼ਾਦੀ ਦਾ ਮਕਸਦ ਹੈ। ਬਹੁਤ ਬੰਦੇ ਦਾਅਵਾ ਕਰਦੇ ਆ ਵੀ ਜਿਹੜਾ ਵਾ ਕੌਮ ਨੂੰ ਚੜ੍ਹਦੀ ਕਲਾ 'ਚ ਹੈ ਤੇ ਕੌਮ ਚੜ੍ਹਦੀ ਕਲਾ 'ਚ ਰਹਿਣੀ ਚਾਹੀਦੀ ਹੈ, ਜੇ ਕੋਈ ਦੋ ਰਾਏ ਨਹੀਂ। ਪਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਾਣਦੇ ਹਾਂ, ਜਦੋਂ ਦੀਪ ਸਿੱਧੂ ਇਸ ਰਾਹ ਤੇ ਤੁਰਿਆ ਸੀ ਤੇ ਉਦੋਂ ਇਹ ਵੀ ਕਿਹਾ ਜਾਂਦਾ ਸੀ ਵੀ ਦੀਪ ਕੁਛ ਨਹੀਂ ਕਰ ਸਕਦਾ ਇਹ ਕਿਉਂਕਿ ਇਹਨੇ ਲੱਖੇ ਨਾਲ ਏਕਤਾ ਨਹੀਂ ਕੀਤੀ। ਹੁਣ ਉਹਦੀਆਂ ਵਜ੍ਹਾਵਾਂ ਵੀ ਆਪਾਂ ਨੂੰ ਪਤਾ ਸੀ ਵੀ ਲੱਖੇ ਨਾਲ ਏਕਤਾ ਨਾ ਕਰਨ ਦੀ ਵਜ੍ਹਾ ਕੀ ਸੀ।
ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਅੱਜ ਵੀ ਚੜ੍ਹਦੀ ਕਲਾ 'ਚ ਰਹਿਣਾ ਹੈ, ਪਰ ਨਾਲ ਦੀ ਨਾਲ ਵਿਵੇਕ ਬੁੱਧੀ ਤੇ ਚਤੰਨ ਵੀ ਰਹਿਣਾ ਹੈ। ਮਹਾਰਾਜ ਦੇ ਬਚਨ ਨੇ ਅੱਗੋਂ ਤੇ ਜੇ ਚੇਤੀਏ ਕਾਇਤ ਮਿਲੇ ਸਜਾਏ। ਜੇ ਮਹਾਰਾਜ ਇਹ ਬਚਨ ਕਰਦੇ ਆ ਵੀ ਅੱਗੇ ਜੇ ਆਪਾਂ ਪਹਿਲਾਂ ਹੀ ਵਿਚਾਰ ਕਰੀਏ ਮਿਲ ਬੈਠ ਕੇ ਤੇ ਫਿਰ ਸਜ਼ਾ ਨਹੀਂ ਮਿਲਦੀ। ਇਹਦਾ ਅਰਥ ਇਹੋ ਹੀ ਹੈ, ਸਜ਼ਾ ਦੇ ਰੂਪ 'ਚ ਕੁੱਟ ਵੀ ਪੈ ਸਕਦੀ ਹੈ ਤੇ ਕੁੱਟ ਨਹੀਂ ਖਾਣੀ ਖਾਲਸੇ ਨੂੰ ਤਾਂ ਨਹੀਂ ਪੈਣੀ, ਪਰ ਖਾਲਸੇ ਆਪਾਂ ਹੈ ਕਿੰਨੇ ਗਾ ਇਹ ਵੀ ਫਰਕ ਹੈ। ਇਹ ਵੀ ਵੇਖਣਾ ਪੈਣਾ ਹੈ ਵੀ ਜੇ ਆਪਣੇ ਮਾਝੇ ਦੇ ਵਿੱਚ ਘਟਨਾ ਵਾਪਰਦੀ ਹੈ ਤੇ ਇੱਕ ਪੂਰੇ ਦਾ ਪੂਰਾ ਪਿੰਡ ਸਾਡਾ ਖਾਲੀ ਕੀਤਾ ਜਾਂਦਾ ਤੇ ਸਾਡੀਆਂ ਧੀਆਂ ਭੈਣਾਂ ਨੂੰ ਆਣ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਫਿਰ ਆਪਾਂ ਕਿੰਨੇ ਕੁ ਖਾਲਸੇ ਹਾਂ। ਇਹ ਵੀ ਤਾਂ ਸਾਨੂੰ ਧਿਆਨ 'ਚ ਲਿਆਉਣ ਵਾਲੀ ਗੱਲ ਹੈ। ਸੋ ਇਹ ਮੇਰੀ ਬੇਨਤੀ ਵੀ ਹੈ। ਤੇ ਜਥੇਬੰਦੀ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਹੋਇਆ, ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਜਿਹੜੇ ਬੋਲੇ ਨੇ, ਬਹੁਤ ਚੰਗੀਆਂ ਗੱਲਾਂ ਇਤਿਹਾਸ ਨੂੰ ਲੈ ਕੇ, ਦੀਪ ਦੀ ਸੋਚ ਨੂੰ ਲੈ ਕੇ, ਸਾਡੇ ਕੌਮੀ ਮਕਸਦ ਨੂੰ, ਸਾਡੇ ਕੌਮੀ ਨਿਸ਼ਾਨੇ ਨੂੰ, ਸਾਡੀ ਆਜ਼ਾਦੀ ਨੂੰ ਲੈ ਕੇ, ਸਾਡੇ ਪਾਤਸ਼ਾਹੀ ਦਾਅਵੇ ਨੂੰ ਲੈ ਕੇ ਬਹੁਤ ਗੱਲਾਂ ਸਾਰੇ ਬੁਲਾਰਿਆਂ ਨੇ ਕੀਤੀਆਂ ਨੇ ਤੇ ਉਹ ਗੱਲਾਂ ਜ਼ਰੂਰੀ ਵੀ ਨੇ ਕਿਸੇ ਹੱਦ ਤੱਕ। ਸਾਨੂੰ ਹੁਣ ਅਗਲੀ ਗੱਲ ਇਹ ਕਰਨੀ ਚਾਹੀਦੀ ਹੈ ਵੀ ਜਦੋਂ ਵੀ ਕਿਤੇ ਆਪਾਂ ਸਿਰ ਜੋੜ ਕੇ ਬਹਿਨੇ ਆ ਤੇ ਆਪਾਂ ਜਦੋਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਸਿਰ ਜੋੜ ਕੇ ਬੈਠੀਏ, ਉੱਥੇ ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਵੀ ਇੱਕ ਦੂਜੇ ਦੇ ਨਾਲ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਅਗਲੇ ਬੰਦਿਆਂ ਨੂੰ ਮੌਕੇ ਦੇ ਉੱਤੇ ਹੀ ਆਪਾਂ ਲੜਾਈ ਝਗੜਾ ਪਾ ਕੇ ਤੇ ਫਿਰ ਅੱਡ ਹੋਣ ਵਾਲੀਆਂ ਗੱਲਾਂ ਕਰਨ ਲੱਗ ਪਈਏ। ਸੋ ਇਹ ਜਿਹੜਾ ਜੋ ਵੀ ਕੁਛ ਆਪਾਂ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ, ਸਾਨੂੰ ਮਿਸਲਾਂ ਦੇ ਦੌਰ 'ਚ ਜਾਣ ਦੀ ਲੋੜ ਹੈ। ਜੇ ਇਤਿਹਾਸਕ ਤੌਰ ਤੇ ਕਿਸੇ ਨੂੰ ਆਪਾਂ ਇਤਿਹਾਸ ਜਦੋਂ ਪੜ੍ਹਦੇ ਹਾਂ ਤੇ ਆਪਾਂ ਕਹਿੰਦੇ ਹਾਂ ਕਿ ਆਪਾਂ ਇਤਿਹਾਸ ਪੜ੍ਹਿਆ, ਸਾਡੇ ਸਾਹਮਣੇ ਮਿਸਲਾਂ ਦੇ ਆਪਸੀ ਬਹੁਤ ਵੱਡੇ ਤਕਰਾਰ ਸਨ, ਪਰ ਜਦੋਂ ਉਹਨਾਂ ਦੇ ਉੱਤੇ ਖਤਰਾ ਬਹੁਤ ਵੱਡਾ ਦਰਪੇਸ਼ ਆ ਗਿਆ, ਜਦੋਂ ਕੋਈ ਬਾਹਰੋਂ ਧਾੜਵੀ ਆ ਗਏ, ਅਬਦਾਲੀ ਆ ਗਏ, ਤੇ ਉਦੋਂ ਮਿਸਲਾਂ ਇਕੱਠੀਆਂ ਹੋ ਕੇ ਉਹਦੇ ਖਿਲਾਫ ਲੜੀਆਂ। ਪਰ ਸਾਡੀ ਮੁਸ਼ਕਲ ਇਹ ਬਣ ਗਈ ਆ ਵੀ ਖਤਰਾ ਸਾਡੇ ਸਿਰ ਤੇ ਆ, ਸਾਡੇ ਸਿਰ ਤੇ ਬੈਠੇ ਆ। ਸੰਤ ਵੀ ਅਕਸਰ ਆਪਣੀਆਂ ਸਪੀਚਾਂ 'ਚ ਕਹਿੰਦੇ ਹੁੰਦੇ ਸੀ ਵੀ ਜੇ ਚੱਪਣੀ ਦੇ ਸਿੱਖ ਬਣਾਂਗੇ ਤੇ ਫਿਰ ਛਿੱਤਰ ਪੈਣੇ ਨੇ। ਉਹ ਢੈਂਦੀਕਲ ਵਾਲੀ ਗੱਲ ਨਹੀਂ ਹੁੰਦੀ, ਉਹ ਗੱਲ ਹੁੰਦੀ ਹੈ ਵੀ ਚਤੰਨ ਕਰਨ ਵਾਲੀ। ਕੌਮ ਨੂੰ ਇਹ ਚਤੰਨ ਕਰਨਾ ਵੀ ਆਪਾਂ ਨੂੰ ਕੁੱਟ ਪੈ ਸਕਦੀ ਹੈ, ਇਹ ਕੋਈ ਢੈਂਦੀਕਲ ਵਾਲਾ ਮਸਲਾ ਨਹੀਂ। ਚੜ੍ਹਦੀ ਕਲਾ 'ਚ ਰਹਿਣਾ ਇਹ ਜ਼ਰੂਰੀ ਹੈ। ਸਿਰ ਜੋੜ ਕੇ ਬੈਠਣ ਦੀ ਤਾਂ ਗੱਲ ਹੈ, ਉਹਦੇ 'ਚ ਇੱਕ ਜ਼ਰੂਰੀ ਗੱਲ ਹੈ ਵੀ ਜਿਹੜੇ ਬੰਦੇ ਤੇ ਇਹ ਸਮਝਦੇ ਆ ਵੀ ਪੰਜਾਬ ਗੁਲਾਮ ਹੈ, ਸਿੱਖ ਕੌਮ ਗੁਲਾਮ ਹੈ ਤੇ ਪੰਜਾਬ ਦਾ ਇੱਕੋ ਇੱਕ ਹੱਲ ਹੈ ਉਹ ਪੂਰਨ ਆਜ਼ਾਦੀ ਹੈ, ਉਹ ਤੇ ਸਿਰ ਜੋੜ ਕੇ ਬੈਠਣਗੇ, ਉਹਨਾਂ ਨੂੰ ਬੈਠਣਾ ਚਾਹੀਦਾ। ਉਹਦੇ ਵਿੱਚ ਜਿਹੜਾ ਵੀ ਬੰਦਾ ਕਿਸੇ ਵੀ ਇਲੈਕਟਰਲ ਪੋਲਿਟਿਕਸ 'ਚ ਪਾਰਟਿਸਿਪੇਟ ਕਰਦਾ ਹੈ, ਉਹਦਾ ਵੀ ਮਕਸਦ ਇਹੋ ਹੀ ਹੋਵੇ ਵੀ ਇਹਨੂੰ ਅਸੀਂ ਵਕਤੀ ਤੌਰ ਦੇ ਉੱਤੇ ਜਿੰਨਾ ਚਿਰ ਸਾਡੇ ਕੋਲ ਸਾਧਨ ਸੀਮਤ ਨੇ ਉਹਨਾਂ ਚਿਰ ਇਹਦੀ ਵਰਤੋਂ ਕਰਕੇ ਜੋ ਕੁਛ ਇਹਦੇ 'ਚੋਂ ਰਿਲੀਫ ਮਿਲ ਸਕਦੀ ਉਹ ਲੈਣੀ ਚਾਹੀਦੀ ਹੈ। ਪਰ ਇਹ ਕਦੀ ਸਾਡੀ ਜਿਹੜੀ ਪਰਮਾਨੈਂਟ ਇਹ ਰਿਹਾਇਸ਼ ਨਹੀਂ ਹੋਣੀ ਚਾਹੀਦੀ। ਚਾਹੇ ਇਲੈਕਟਰਲ ਪੋਲਿਟਿਕਸ ਹੈ, ਇਹ ਸਾਡੀ ਕਦੇ ਵੀ ਮੰਜ਼ਿਲ ਨਹੀਂ ਹੋਣੀ ਚਾਹੀਦੀ। ਚਾਹੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈ, ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦਾ ਬਹੁਤ ਜ਼ਿਕਰ ਹੋਇਆ ਇੱਥੇ ਕੁਝ ਸਮਾਂ ਪਹਿਲਾਂ। ਜੇ ਆਪਾਂ ਇਹ ਗੱਲ ਸਮਝੀਏ ਵੀ ਜਿਹੜੇ ਇਲੈਕਟਰਲ ਪੋਲਿਟਿਕਸ ਹੈ ਉਹਦੇ ਵਿੱਚ ਬਹੁਤ ਵੱਡਾ ਕੰਟਰੋਲ ਸਟੇਟ ਦੇ ਹੱਥ ਹੈ ਤੇ ਸ਼੍ਰੋਮਣੀ ਕਮੇਟੀ ਵੀ ਉਸੇ ਇਲੈਕਟਰਲ ਪੋਲਿਟਿਕਸ ਲੰਘਦੀ ਹੈ। ਸੋ ਇਹਦੇ ਲਈ ਜ਼ਰੂਰੀ ਇਹ ਹੈ ਬਸ਼ਰਤੇ ਵੀ ਆਪਾਂ ਅੱਡ-ਬਾਹਰ ਹੋ ਕੇ ਇੱਕ ਦੂਜੇ ਨੂੰ ਤਾੜਨੇ ਮਿਹਣੇ ਤਾੜਨਾ ਕਰਨ ਦੀ ਬਜਾਏ ਜੇ ਆਪਾਂ ਸਿਰ ਜੋੜ ਕੇ ਇਕੱਠੇ ਹੋ ਕੇ ਬਹਿ ਜਾਈਏ ਤੇ ਇਕੱਠੇ ਹੋ ਕੇ ਆਪਾਂ ਇਹ ਗੱਲ ਕਰੀਏ ਵੀ ਅਸੀਂ ਕੌਮ ਦੀ ਜਿਹੜੀ ਲੜਾਈ ਹੈ, ਕੌਮ ਦੀ ਚੜ੍ਹਦੀ ਕਲਾ ਲਈ, ਆਜ਼ਾਦੀ ਲਈ, ਉਹਦੇ 'ਚ ਆਪਣੇ ਬੰਦਿਆਂ ਦੇ ਨਾਲ ਮਿਲ ਕੇ ਲੜਨਾ। ਜੋ ਅਤੀਤ ਦੇ ਵਿੱਚ ਇਤਿਹਾਸ 'ਚ ਗੱਲਾਂ ਵਾਪਰੀਆਂ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਿਤੇ ਨਾ ਕਿਤੇ ਇਗਨੋਰ ਕਰਨਾ ਹੈ। ਜੇ ਅਸੀਂ ਨਹੀਂ ਕਰਦੇ ਤੇ ਫਿਰ ਅਸੀਂ ਵੀ ਉਹ ਕੰਮ ਕਰ ਰਹੇ ਹਾਂ ਜਿਹੜਾ ਮਤਲਬ ਦੀਪ ਦੇ ਹੁੰਦਿਆਂ ਦੀਪ ਦੇ ਨਾਲ ਅਸੀਂ ਕੀਤਾ। ਜਦੋਂ ਬਾਈ ਦੀਪ ਸਾਡੇ ਨਾਲ ਤੁਰਦਾ ਸੀ ਉਦੋਂ ਸਾਨੂੰ ਚੰਗਾ ਲੱਗਦਾ ਸੀ, ਜਦੋਂ ਉਹ ਕਿਸੇ ਹੋਰ ਨਾਲ ਤੁਰਦਾ ਸੀ ਕੌਮ ਦੇ ਚੜ੍ਹਦੀ ਕਲਾ ਵਾਸਤੇ ਉਦੋਂ ਸਾਨੂੰ ਲੱਗਦਾ ਸੀ ਵੀ ਨਹੀਂ ਜੀ ਇਹ ਬੰਦਾ ਕੁਝ ਨਹੀਂ ਕਰ ਸਕਦਾ। ਸੋ ਇੱਕ ਤੇ ਆਪਣੇ ਮਨ ਦੇ ਵਿੱਚੋਂ ਇਹ ਗੱਲਾਂ ਕੱਢੀਏ, ਜਿਹੜਾ ਵੀ ਬੰਦਾ ਲੰਮੇ ਸਮੇਂ ਤੋਂ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਜਾਂ ਅੱਗੇ ਕਰੂਗਾ, ਜਥੇਬੰਦੀ ਉਹਦੇ ਨਾਲ ਤੁਰੂਗੀ। ਇੱਕ ਸਵਾਲ ਇੱਥੇ ਵੀ ਉੱਠਿਆ ਵੀ ਜਥੇਬੰਦੀ ਕਿਸੇ ਇੱਕ ਦੀ ਝੋਲੀ 'ਚ ਨਾ ਪੈ ਜਾਵੇ। ਮੈਂ ਉਹਦਾ ਜਵਾਬ ਇਹੋ ਹੀ ਦੇਣਾ ਚਾਹੁੰਦਾ ਵੀ ਜਥੇਬੰਦੀ ਝੋਲੀ ਸਤਿਗੁਰ ਸੱਚੇ ਪਾਤਸ਼ਾਹ ਦੀ ਪਊਗੀ, ਪੰਥ ਦੀ ਪਊਗੀ, ਕਿਸੇ ਖਾਸ ਬੰਦੇ ਦੀ ਝੋਲੀ ਜਥੇਬੰਦੀ ਕਦੇ ਨਹੀਂ ਪੈ ਸਕਦੀ। ਜਿੰਨਾ ਚਿਰ ਤੇ ਇਹ ਸੇਵਾ ਸਾਡੇ ਕੋਲ ਹੈ, ਗੁਰੂ ਸਾਹਿਬ ਨੇ ਬਖਸ਼ੀ ਹੈ, ਉਨਾ ਚਿਰ ਜਥੇਬੰਦੀ ਕਿਸੇ ਇੰਡੀਵਿਜੂਅਲ ਬੰਦੇ ਦੀ ਝੋਲੀ ਨਹੀਂ ਪੈ ਸਕਦੀ। ਉਹਨਾਂ ਦੇ ਅਸੀਂ ਜ਼ਰੂਰ ਨਾਲ ਚੱਲਾਂਗੇ, ਪਿੱਛੇ ਚੱਲਾਂਗੇ, ਅੱਗੇ ਚੱਲਾਂਗੇ, ਉਹ ਮਹਾਰਾਜ ਤੈਅ ਕਰੂਗਾ। ਜਿਹੜੇ ਪੰਥ ਲਈ ਚੱਲ ਰਹੇ ਆ, ਜਿਹੜੇ ਪੰਥ ਦੀ ਜਿਹੜੀ ਹਮਾਇਤ ਨੰਗੇ ਧੜ ਕਰ ਰਹੇ ਆ, ਉਹਨਾਂ ਦੇ ਨਾਲ ਅਸੀਂ ਜ਼ਰੂਰ ਚੱਲਾਂਗੇ। ਪਰ ਇਹਦਾ ਅਰਥ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਦੀ ਝੋਲੀ ਪੈ ਗਏ। ਸੋ ਇੱਕ ਇਨਸਿਕਿਉਰਿਟੀ ਘਟਾ ਦਈਏ ਆਪਣੇ ਮਨਾਂ ਦੇ ਵਿੱਚੋਂ, ਜਿਹੜਾ ਸਾਨੂੰ ਡਰ ਲੱਗਣ ਲੱਗ ਪੈਂਦਾ ਵੀ ਇਹਨੂੰ ਕੋਈ ਹੋਰ ਨਾ ਕੈਸ਼ ਕਰ ਜੇ। ਮੈਂ ਤਾਂ ਕਹਿੰਦਾ ਕਰ ਜਾਵੇ। ਜਿਹੜਾ ਬੰਦਾ ਪੰਥ ਦੀ ਗੱਲ ਡਟ ਕੇ ਨੰਗੇ ਧੜ ਕਰ ਰਿਹਾ ਹੈ ਉਹਨੂੰ ਜੇ ਕੋਈ ਕ੍ਰੈਡਿਟ ਮਿਲ ਜਾਂਦਾ ਤਾਂ ਕਿਹੜੀ ਗੱਲ ਹੈ। ਇਹ ਗੱਲਾਂ ਜੇ ਦੀਪ ਵੀਰ ਨੇ ਸੋਚੀਆਂ ਹੁੰਦੀਆਂ ਤੇ ਅੱਜ ਅਸੀਂ ਉਹਨੂੰ ਯਾਦ ਨਾ ਕਰਦੇ, ਅੱਜ ਅਸੀਂ ਉਹ ਵੀ ਮਤਲਬ ਆਮ ਨੌਜਵਾਨਾਂ ਵਾਂਗੂ ਹੀ ਮਤਲਬ ਆਇਆ ਗਿਆ ਹੋ ਜਾਂਦਾ। ਰੋਜ਼ ਲੱਖਾਂ ਲੋਕ ਮਰਦੇ ਨੇ, ਕੌਣ ਕਿਸੇ ਨੂੰ ਚੇਤਾ ਕਰਦਾ। ਸੋ ਉਹਨੂੰ ਯਾਦ ਕਰਨ ਦਾ ਅਰਥ ਹੀ ਇਹ ਹੈ ਵੀ ਉਸ ਨੇ ਕ੍ਰੈਡਿਟ ਦੀ ਭੁੱਖ 'ਚ ਕਦੇ ਕੁਛ ਨਹੀਂ ਕੀਤਾ। ਉਹਨੇ ਹਮੇਸ਼ਾ ਇਹ ਸੋਚਿਆ ਵੀ ਜਿਹੜਾ ਬੰਦਾ ਵੀ ਚੜ੍ਹਦੀ ਕਲਾ ਵਾਲੇ ਕੰਮ ਕਰਦਾ ਉਹਦੇ ਨਾਲ ਤੁਰ ਪਾਓ।
ਜੇ ਤੁਰ ਸਕਦੇ ਜੋ, ਜੇ ਨਹੀਂ ਤੁਰ ਸਕਦੇ ਉਹਦੀਆਂ ਲੱਤਾਂ ਨਾ ਖਿੱਚੋ। ਸੋ ਇਹ ਫੈਸਲੇ ਜਿਹੜੇ ਨੇ ਜਥੇਬੰਦੀ ਨੇ ਮਿਲ ਕੇ ਲੈਣੇ ਨੇ ਭਵਿੱਖ ਦੇ ਵਿੱਚ ਵੀ ਅਸੀਂ ਕਿਹਦੇ ਨਾਲ ਤੁਰਨਾ ਹੈ, ਕਿਹਦੇ ਨਾਲ ਨਹੀਂ ਤੁਰਨਾ। ਪਰ ਉਹਦਾ ਪੈਰਾਮੀਟਰ ਇਹ ਨਹੀਂ ਹੋਣਾ ਚਾਹੀਦਾ ਵੀ ਇਤਿਹਾਸ 'ਚ ਕੀ ਵਾਪਰਿਆ ਕੀ ਨਹੀਂ ਵਾਪਰਿਆ। ਉਹਦਾ ਪੈਰਾਮੀਟਰ ਕਿਸੇ ਧਿਰਾਂ ਦੀ ਲੜਾਈ ਨੂੰ ਅਸੀਂ ਨਹੀਂ ਮੰਨ ਸਕਦੇ, ਕਿਉਂਕਿ ਇਹ ਨੌਜਵਾਨਾਂ ਦੀ ਜਥੇਬੰਦੀ ਹੈ ਤੇ ਨੌਜਵਾਨਾਂ ਨੇ ਦੀ ਜਥੇਬੰਦੀ ਹੋਣ ਦਾ ਕਰਕੇ ਸਾਨੂੰ ਕੁਝ ਗੱਲਾਂ ਨੂੰ ਤੇ ਵੈਸੇ ਇਗਨੋਰ ਕਰਨਾ ਪੈਣਾ ਹੈ। ਕੁਝ ਗੱਲਾਂ ਜਿਹੜੀਆਂ ਸਾਨੂੰ ਉਹਨਾਂ ਨੂੰ ਜਿਹੜਾ ਪਿੱਛੇ ਕਰਕੇ ਤੁਰਨਾ ਪੈਣਾ, ਕਿਉਂਕਿ ਬਹੁਤੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਨੇ ਸਟੇਜਾਂ ਤੇ ਇਹਨਾਂ ਦਾ ਨੌਜਵਾਨਾਂ ਨੂੰ ਪਤਾ ਹੀ ਨਹੀਂਗਾ ਵੀ ਇਹ ਕਦੋਂ ਵਾਪਰੀਆਂ, ਕਿੱਥੇ ਵਾਪਰੀਆਂ। ਅੱਜ ਨੌਜਵਾਨਾਂ ਨੂੰ ਇੰਨਾ ਪਤਾ ਹੈ ਦਿੱਲੀ ਨੇ ਸਾਨੂੰ ਗੁਲਾਮ ਬਣਾਇਆ, ਬਹੁ ਗਿਣਤੀ ਸਾਡੀ ਨਸਲਕੁਸ਼ੀ ਕਰਨ ਨੂੰ ਤਿਆਰ ਬੈਠੀ ਹੈ ਤੇ ਜੇ ਅਸੀਂ ਅਵੇਸਲੇ ਹੋ ਗਏ ਤੇ ਫਿਰ ਜਿਹੜਾ ਇਹ ਵੇਸਲਾਪਣ ਸਾਨੂੰ ਜਿਹੜਾ ਵਾ ਖਾਜੂ, ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਊਗੀ ਤੇ ਅਸੀਂ ਹੱਥ ਦੇ ਹੱਥ ਧਰ ਕੇ ਬੈਠੇ ਰਵਾਂਗੇ। ਇਹ ਗੱਲ ਸੰਤਾਂ ਨੇ 50 ਵਾਰੀ ਕਹੀ ਹੈ, ਕੋਈ ਢੈਂਦੀ ਘਲ ਵਾਲੀ ਗੱਲ ਨਹੀਂ। ਇਹ ਗੱਲ ਚਤਨ ਕਰਨ ਵਾਲੀ ਹੈ, ਤਾੜਨਾ ਕਰਨ ਵਾਲੀ ਹੈ ਕੌਮ ਨੂੰ। ਸੋ ਜਦੋਂ ਵੀ ਆਪਾਂ ਕਿਸੇ ਇਕੱਠੇ ਹੁੰਨੇ ਆ, ਆਪਣਾ ਜ਼ੋਰ ਆਪਣਾ ਧਿਆਨ ਇਸ ਗੱਲ ਤੇ ਰਹਿਣਾ ਚਾਹੀਦਾ ਵੀ ਸਾਡੀ ਦੁਸ਼ਮਣ ਦਿੱਲੀ ਹੈ, ਨਾ ਕਿ ਇੱਕ ਦੂਜੇ ਦੇ ਦੁਸ਼ਮਣ ਅਸੀਂ ਆਪ। ਜੇ ਅਸੀਂ ਇੱਕ ਦੂਜੇ ਨਾਲ ਦੁਸ਼ਮਣੀਆਂ ਪਕਾਉਣ ਲੱਗ ਪਏ ਤੇ ਫਿਰ ਤੇ ਕੌਮ ਸਾਰੀ ਖਤਮ ਹੋ ਜੂ। ਇਹ ਨਹੀਂ ਖਤਮ ਹੋ ਸਕਦੀ ਦੁਸ਼ਮਣੀ। ਇਹ ਮੇਰੀ ਜਥੇਬੰਦੀ ਦੇ ਸਿੰਘਾਂ ਨੂੰ, ਜਿੰਨੇ ਵੀ ਇੱਥੇ ਸੰਗਤ ਪਹੁੰਚੀ ਹੈ, ਜਿੰਨੇ ਵੀ ਆਗੂ ਪਹੁੰਚੇ ਨੇ, ਮੈਂ ਸਾਰਿਆਂ ਨੂੰ ਉਮਰ 'ਚ ਛੋਟਾ ਹਾਂ, ਮੈਂ ਅਪੀਲ ਹੀ ਕਰ ਸਕਦਾ, ਬੇਨਤੀ ਕਰ ਸਕਦਾ ਹੱਥ ਜੋੜ ਕੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਦੋਂ ਆਪਾਂ ਸਮਾਗਮਾਂ 'ਚ ਇਕੱਠੇ ਹੁੰਨੇ ਆ ਕਿਤੇ ਵੀ, ਉੱਥੇ ਚੜ੍ਹਦੀ ਕਲਾ ਇਹ ਹੁੰਦੀ ਆ ਵੀ ਇਹ ਬੰਦੇ ਆਪਣੇ ਵਖਰੇਵੇਂ ਭੁਲਾ ਕੇ ਤੇ ਇਕੱਠੇ ਹੋ ਕੇ ਤੁਰ ਰਹੇ ਆ। ਉੱਥੇ ਚੜ੍ਹਦੀ ਕਲਾ ਇਹ ਹੁੰਦੀ ਆ ਵੀ ਇਹ ਬੰਦੇ ਆਪਣਾ ਜਿਹੜਾ ਵਾ ਆਪਣੀ ਸ਼ਿਕਵੇ ਗਿਲੇ ਸ਼ਿਕਵੇ ਦੂਰ ਕਰਕੇ ਤੇ ਇਕੱਠੇ ਹੋ ਕੇ ਬੈਠਣ ਨੂੰ ਤਿਆਰ ਨੇ। ਸੋ ਇਹ ਕੁਝ ਗੱਲਾਂ ਸੀ। ਅਗਲੇ ਹੁਣ ਕੁਝ ਜਿਹੜੇ ਪ੍ਰੋਗਰਾਮ ਜਥੇਬੰਦੀ ਨੇ ਦੇਣੇ, ਮੈਂ ਉਹਦੇ ਸਿਲਸਿਲੇ 'ਚ ਕੁਝ ਗੱਲਬਾਤ ਕਰਨੀ ਚਾਹੁੰਦਾ। 2 ਤਰੀਕ ਨੂੰ ਸਾਡੇ ਵੀਰ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਜਿਹੜਾ ਜਨਮ ਦਿਨ ਹੈ, ਉਸ ਜਨਮ ਦਿਨ ਦੇ ਤਹਿਤ ਜਥੇਬੰਦੀ ਨੇ ਫੈਸਲਾ ਕੀਤਾ ਵੀ ਅਸੀਂ ਉਸ ਦਿਨ ਘਰਾਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਸਿੰਘ ਕਰ ਸਕਦੇ ਆ, ਜਿਹੜੇ ਨਹੀਂ ਕਰ ਸਕਦੇ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਨ। ਉਹ ਪਾਠ ਕਰਨ ਉਪਰੰਤ ਨਿਸ਼ਾਨ ਸਾਹਿਬ ਚੜਾਉਣ ਆਪਣੇ ਘਰਾਂ ਦੇ ਵਿੱਚ ਤੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਜ਼ਰੂਰ ਕਰਨ। ਇਹ 3 ਕੰਮ ਜਿਹੜੇ ਆ ਜਥੇਬੰਦੀ ਵੱਲੋਂ ਇਹ ਐਲਾਨ ਸੀ ਤੇ ਇਹ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਇਹ ਕੀਤੇ ਜਾਣ, ਕਿਉਂਕਿ ਬਾਈ ਦੀਪ ਦਾ ਜਿਹੜਾ ਸੰਘਰਸ਼ ਸੀ ਬੰਦੀ ਸਿੰਘਾਂ ਦੇ ਪ੍ਰਤੀ, ਉਹਨੂੰ ਅਸੀਂ ਹੁਣ ਅੱਗੇ ਵੀ ਲੈ ਕੇ ਜਾਣਾ। ਸੋ ਇਹ ਜ਼ਰੂਰੀ ਆ ਵੀ ਉਹਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਅਰਦਾਸ ਕਰੀਏ ਜਿਨ੍ਹਾਂ ਨੇ 25-25 30 ਸਾਲ ਹੋ ਗਏ ਸਾਡੀ ਖਾਤਰ ਜੇਲ੍ਹਾਂ 'ਚ ਗੁਜ਼ਾਰ ਦਿੱਤੇ ਆ। ਸਾਡੇ ਪਿੰਡ ਦੇ ਵੀ ਗੁਰਦੀਪ ਸਿੰਘ ਖਹਿਰਾ ਜੀ ਨੇ, ਭਾਈ ਗੁਰਦੀਪ ਸਿੰਘ ਖਹਿਰਾ, ਉਹਨਾਂ ਨੂੰ ਵੀ 25 ਸਾਲ ਤੋਂ ਉੱਪਰ ਹੋ ਗਏ ਆ। ਸੋ ਅੱਜ ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਵੀ ਜਿਹੜੀ ਸਟੇਟ ਸਾਨੂੰ ਖਤਮ ਕਰਨ ਤੇ ਤੁਲੀ ਹੈ, ਅਸੀਂ ਉਹਦੇ ਨਾਲ ਕਿਵੇਂ ਨਜਿੱਠਣਾ। ਦੂਜਾ, ਜਿਹੜੀ ਪਿੱਛੇ ਘਟਨਾ ਵਾਪਰੀ ਹੈ ਹਿਮਾਚਲ ਦੇ ਮੁੱਦੇ ਦੇ ਉੱਤੇ, ਹਿਮਾਚਲ ਦੇ ਵਿੱਚ ਉਹ ਕਹਿੰਦੇ ਵੀ ਨਾ ਤੇ ਸੰਤ ਭਿੰਡਰਾਣੇ ਦੀ ਤਸਵੀਰ ਲਾਉਣ ਦੇਣੀ ਹੈ, ਨਾ ਦੀਪ ਸਿੱਧੂ ਦੀ ਲਾਉਣ ਦੇਣੀ ਹੈ, ਤੇ ਲਾ ਕੇ ਨੌਜਵਾਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਵੱਲੋਂ। ਪਹਿਲਾਂ ਤੇ ਪ੍ਰਸ਼ਾਸਨ ਜਦੋਂ ਬਾਬਾ ਬਖਸ਼ੀਸ਼ ਹੋਣੀ ਗਏ ਨੇ ਉੱਥੇ ਤੇ ਉਹਨਾਂ ਦੀ ਗੱਲ ਮੰਨ ਕੇ ਤੇ ਥੋੜਾ ਜਿਹਾ ਨਰਮ ਹੋ ਗਿਆ, ਪਰ ਮਗਰੋਂ ਤੋੜੀ ਉਹਨਾਂ ਦੇ ਮੁੱਖ ਮੰਤਰੀ ਦਾ ਬਿਆਨ ਆ ਜਾਂਦਾ ਵੀ ਭਾਈ ਨਹੀਂ, ਅਸੀਂ ਨਹੀਂ ਇੱਥੇ ਘੁੰਮਣ ਦੇਣੀਆਂ ਗੱਡੀਆਂ। ਸੋ ਉਹਦੇ ਲਈ ਖਾਲਸਾ ਮਾਰਚ ਜਿਹੜਾ ਹੈ ਉਹ ਪਲਾਨ ਕੀਤਾ ਗਿਆ 10 ਅਪ੍ਰੈਲ ਨੂੰ। 10 ਅਪ੍ਰੈਲ ਨੂੰ ਸਮੂਹ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਪਣੇ ਜਿਹੜੇ ਗੁਰਧਾਮ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ 'ਚ ਜਾਣਾ ਹੈ ਤੇ ਵਾਪਸੀ ਘੁੰਮ ਕੇ ਅਨੰਦਪੁਰ ਸਾਹਿਬ ਆਉਣਾ ਹੈ। ਸੋ ਉੱਥੇ ਅਸੀਂ ਇਹ ਮੈਸੇਜ ਦੇਣਾ ਹੈ ਵੀ ਦੇਖੋ ਵੀ ਜੇ ਪੰਜਾਬ ਦੇ ਵਿੱਚ ਅਸੀਂ ਘੁੰਮ ਸਕਦੇ ਹਾਂ ਇਹ ਸਾਰਾ ਕੁਝ ਲਾ ਕੇ ਤਸਵੀਰਾਂ, ਤੇ ਫਿਰ ਪੰਜਾਬ ਤੋਂ ਬਾਹਰ ਕਾਨੂੰਨ ਵੱਖਰਾ ਹੈ। ਜੇ ਕਾਨੂੰਨ ਵੱਖਰਾ ਹੈ, ਜੇ ਸਿੱਖ ਦੂਜੇ ਦਰਜੇ ਦਾ ਸ਼ਹਿਰੀ ਹੈ, ਹਿੰਦੂ ਬਾਲ ਠਾਕਰੇ ਦੀ ਫੋਟੋ ਲਾ ਕੇ ਅੰਮ੍ਰਿਤਸਰ ਆ ਜਾਵੇ ਤੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਹੈ ਆਪਣੀ ਪ੍ਰਕਰਮਾਂ ਦੇ ਬਾਹਰ ਜਿਹੜੀ ਪਾਰਕਿੰਗ ਹੈ ਉੱਥੇ ਵੀ ਆਪਣਾ ਸਕੂਟਰ ਮੋਟਰਸਾਈਕਲ ਖੜਾ ਕਰਦੇ ਤੇ ਉਹਨੂੰ ਕੋਈ ਰੋਕਦਾ ਨਹੀਂ, ਕੋਈ ਉਹਦੇ ਗੱਲ ਨਹੀਂ ਪੈਂਦਾ ਕਿਸੇ ਦੀ ਫੋਟੋ ਤੇ, ਕੋਈ ਗੱਡੀ ਤੇ ਕੋਈ ਵੀ ਤਸਵੀਰ ਲੱਗੀ ਹੋਵੇ। ਤੇ ਫਿਰ ਜੇ ਸਿੱਖਾਂ ਲਈ ਕਾਨੂੰਨ ਵੱਖਰੇ ਨੇ ਤੇ ਫਿਰ ਸਾਨੂੰ ਤੁਸੀਂ ਇਦਾਂ ਕਰੋ ਵੀ ਦੂਜੇ ਦਰਜੇ ਦੇ ਸ਼ਹਿਰੀ ਐਲਾਨ ਦਿਓ, ਸਾਨੂੰ ਐਲਾਨ ਦਿਓ ਵੀ ਭਾਈ ਤੁਸੀਂ ਪਹਿਲੇ ਬਰਾਬਰ ਦੇ ਸ਼ਹਿਰੀ ਨਹੀਂ ਹੈਗੇ। ਸਿੱਖ ਕੌਮ ਉਹਦਾ ਆਪ ਫੈਸਲਾ ਕਰ ਲਵੇ ਵੀ ਉਹਨਾਂ ਨੇ ਕੀ ਕਰਨਾ ਹੈ। ਤੇ ਇੱਕ ਪਾਸੇ ਤੁਸੀਂ ਇੱਥੇ ਸੰਵਿਧਾਨ ਦੀ ਸਾਨੂੰ ਦਿਹਾਈ ਦਿੰਦੇ ਜੋ ਵੀ ਸਾਰਿਆਂ ਨੂੰ ਹੱਕ ਬਰਾਬਰ ਮਿਲੇ ਹੋਏ ਨੇ, ਦੂਜੇ ਪਾਸੇ ਜਦੋਂ ਤੁਸੀਂ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਸਾਡੀਆਂ ਤੁਸੀਂ ਮਤਲਬ ਪੱਗਾਂ ਤੱਕ ਰੋਲਣ ਲਈ ਜਾਂਦੇ ਜੋ, ਤੇ ਉਹਦੇ ਲਈ ਫਿਰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਸੋ ਮੇਰੀ ਸੰਗਤਾਂ ਨੂੰ ਇਹ ਅਪੀਲ ਹੈ ਪੁਰਜੋਰ ਵੀ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਵਾ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਹੈ। ਬੜੇ ਸ਼ਾਂਤਮਈ ਤਰੀਕੇ ਨਾਲ, ਬੜੇ ਠਰਮੇ ਦੇ ਨਾਲ, ਜਿਹੜੇ ਸਬਰ ਦੇ ਨਾਲ ਅਸੀਂ ਉੱਥੇ ਇਹ ਸੁਨਾਹ ਦੇਣਾ ਹੈ ਵੀ ਅਸੀਂ ਬਹੁਤ ਕੁਝ ਬਰਦਾਸ਼ਤ ਕਰ ਲਿਆ। ਅਸੀਂ ਹੁਣ ਆਪਣੇ ਸ਼ਹੀਦਾਂ ਦੀ, ਆਪਣੇ ਯੋਧਿਆਂ ਦੀ ਜਿਨ੍ਹਾਂ ਨੇ ਸਾਡੀ ਖਾਤਰ ਕੁਰਬਾਨੀਆਂ ਦੇ ਦਿੱਤੀਆਂ, ਅਸੀਂ ਆਪਣੇ ਨਿਸ਼ਾਨ ਸਾਹਿਬਾਂ ਦੀ, ਜਿਹੜੇ ਨਿਸ਼ਾਨ ਸਾਹਿਬਾਂ ਨੇ ਸਾਨੂੰ ਮਤਲਬ ਸ਼ੂਦਰਾਂ ਤੋਂ ਚੁੱਕ ਕੇ ਤੇ ਪਾਤਸ਼ਾਹੀ ਦਾਅਵੇ ਦੇ ਹੱਕਦਾਰ ਬਣਾਇਆ, ਉਹਨਾਂ ਦੀ ਬੇਕਦਰੀ ਹੋਰ ਨਹੀਂ ਚੱਲਣੀ। ਖਾਸ ਕਰ ਉਹਨਾਂ ਲੋਕਾਂ ਕੋਲ ਤਾਂ ਬਿਲਕੁਲ ਨਹੀਂ ਚੱਲਣੀ ਜਿਹੜੇ ਲੋਕਾਂ ਦੀ ਖਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸੀਸ ਕੁਰਬਾਨ ਕੀਤਾ ਸੀ, ਜਿਨ੍ਹਾਂ ਦੇ ਧਰਮ ਨੂੰ ਬਚਾਉਣ ਲਈ। ਸੋ ਇਹ ਜਿਹੜਾ ਭੁਲੇਖਾ ਹੈ ਸਾਰੀ ਬਹੁ ਗਿਣਤੀ ਨੂੰ ਹੈ ਜਾਂ ਹਿੰਦੁਸਤਾਨ ਦੀ ਸਟੇਟ ਨੂੰ ਹੈ
ਵੀ ਅਸੀਂ ਜਿਹੜਾ ਵਾ ਵੀ ਸਿੱਖਾਂ ਨੂੰ ਖਤਮ ਕਰ ਲਵਾਂਗੇ ਜਾਂ ਜਜ਼ਬ ਕਰ ਲਵਾਂਗੇ, ਇਹ ਭੁਲੇਖੇ 'ਚ ਉਹਨਾਂ ਨੂੰ ਨਹੀਂ ਰਹਿਣਾ ਚਾਹੀਦਾ। ਅੱਜ ਜਿਹੜੀਆਂ ਇੱਥੇ ਵੀ ਘਟਨਾਵਾਂ ਵਾਪਰੀਆਂ ਨੇ, ਕਦੀ ਕੋਈ ਲੁਧਿਆਣੇ ਕਿਸੇ ਸਿੱਖ ਨੂੰ ਕੁੱਟ ਦਿੱਤਾ ਜਾਂਦਾ ਬਈਆਂ ਵੱਲੋਂ ਇਕੱਠੇ ਹੋ ਕੇ, ਕਦੀ ਕਿਸੇ ਪੂਰੇ ਦੇ ਪੂਰੇ ਪਿੰਡ ਦੇ ਗੁੱਜਰਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ। ਸੋ ਇੱਕ ਚੜ੍ਹਦੀ ਕਲਾ 'ਚ ਰਹਿਣਾ ਤਾਂ ਜ਼ਰੂਰੀ ਹੈ, ਪਰ ਨਾਲ ਦੀ ਨਾਲ ਇਹ ਸੱਚਾਈ ਨੂੰ ਵੀ ਐਕਸੈਪਟ ਕਰ ਲੈਣਾ ਚਾਹੀਦਾ ਵੀ ਅਸੀਂ ਅੱਜ ਉਹ ਰੂਪ 'ਚ ਨਹੀਂ ਹੈਗੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਇਹਨਾਂ ਪੁੱਤਰਾਂ ਕੇ ਅਸੀਸ ਪਰਿਵਾਰ ਦੀ ਇਸ ਉਦਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਹਜ਼ਾਰਾਂ 'ਚ ਹੀ ਆ, ਇਹ ਸੈਂਕੜਿਆਂ 'ਚ ਹੀ ਆ। ਇਹ ਸਾਰੇ ਜਿਹੜੇ ਜੇ ਖਾਲਸੇ ਹੋਣ ਤੇ ਫਿਰ ਸਾਡੀ ਇਹ ਦਸ਼ਾ ਹੋਵੇ ਨਾ। ਸੋ ਇੱਕ ਤੇ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਇਹ ਖਾਲਸਾਈ ਜਿਹੜਾ ਰੂਪ ਹੈ ਇਹ ਧਾਰਨ ਕਰਨਾ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ੇ ਨੇ ਵੀ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਉਦੋਂ ਕੀ ਕਰਨਾ ਹੈ। ਇਹ ਸਾਰਾ ਕੁਝ ਸਾਨੂੰ ਦੱਸਿਆ ਗਿਆ, ਮਹਾਰਾਜ ਵੱਲੋਂ ਹੁਕਮ ਹੋਏ ਨੇ। ਜਿਹੜਾ ਮਸਲਾ ਮਜੀਠੇ ਪਿੰਡ ਦਾ ਹੈ ਉਹ ਮਸਲਾ ਇੰਨਾ ਸੈਂਸਿਟਿਵ ਹੈ ਵੀ ਉਹਦੇ ਤੇ ਆਪਾਂ ਨੂੰ ਫੌਰੀ ਕੋਈ ਜੇ ਆਪਾਂ ਕਾਰਵਾਈ ਨਹੀਂ ਕਰਦੇ ਤੇ ਇਹ ਅੱਜ ਮਜੀਠੇ ਦੇ ਇੱਕ ਪੂਰੇ ਪਿੰਡ ਨਾਲ ਵਾਪਰੀ ਘਟਨਾ ਹੈ, ਕੱਲ ਕਿਸੇ ਪੂਰੇ ਸ਼ਹਿਰ ਨਾਲ ਵਾਪਰੂਗੀ ਜਿੱਥੇ ਸਿੱਖਾਂ ਨੂੰ ਜਲੀਲ ਕਰਕੇ ਸ਼ਹਿਰਾਂ 'ਚੋਂ ਕੱਢਿਆ ਜਾਊਗਾ ਤੇ ਅਸੀਂ ਹੱਥ ਧਰ ਕੇ ਬੈਠੇ ਰਵਾਂਗੇ। ਉੱਥੇ ਅਸੀਂ ਫਿਰ 100 ਦਮਕੇ ਜੇ ਮਾਰੀਏ ਵੀ ਅਸੀਂ ਬੜੀ ਚੜ੍ਹਦੀ ਕਲਾ ਵਾਲੇ ਹਾਂ। ਚੜ੍ਹਦੀ ਕਲਾ ਤਾਂ ਸਾਬਤ ਹੋਣੀ ਹੈ ਜੇ ਅਸੀਂ ਚੜ੍ਹਦੀ ਕਲਾ ਦਾ ਕੋਈ ਪ੍ਰਗਟਾਵਾ ਕਰਾਂਗੇ। ਚੜ੍ਹਦੀ ਕਲਾ ਸ਼ਬਦਾਂ ਤੋਂ ਜ਼ਿਆਦਾ